ਜਿਹੜੀ ਵੀ ਆਪਣੀ ਕਲਾਸ ਰਿਹਾ ਕਰੂਗੀ ਬੱਚੇ ਉਹਦੇ ਵਿੱਚ ਨਾ ਤੁਹਾਨੂੰ ਨਾਲ ਉਹਦੀ ਰਿਕਾਰਡਿੰਗ ਵੀ ਮਿਲਿਆ ਕਰੂਗੀ ਥੋੜੇ ਟਾਈਮ ਬਾਅਦ, ਠੀਕ ਹੈ। ਮਤਲਬ ਜੋ ਵੀ ਅੱਜ ਆਪਣੀ ਕਲਾਸ ਚੱਲੀ ਹੈ, ਅਗਰ ਤੁਸੀਂ ਇਹਨੂੰ ਦੁਬਾਰਾ ਤੋਂ ਦੇਖਣਾ ਚਾਹੁੰਦੇ ਹੋ ਹਨਾ, ਤਾਂ ਤੁਸੀਂ ਉਹ ਰਿਕਾਰਡਡ ਲੈਕਚਰ ਕੀ ਹੈ ਸੁਣ ਸਕਦੇ ਹੋ, ਠੀਕ ਹੈ। ਜਿਹੜੇ ਨੋਟਸ ਨੇ ਉਹ ਨੋਟਸ ਮੈਂ ਤੁਹਾਨੂੰ ਪ੍ਰੋਵਾਈਡ ਕਰੂੰਗਾ, ਉਹਦੇ ਬਾਰੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਬਟ ਇਹ ਹੈ ਵੀ ਕੋਸ਼ਿਸ਼ ਇਹ ਕਰਨੀ ਹੈ ਵੀ ਨੋਟਸ ਨੂੰ ਦੇਖ ਕੇ ਤੇ ਬੁੱਕਸ ਨੂੰ ਦੇਖ ਕੇ ਆਪਣੇ ਵੱਲੋਂ ਨੋਟਸ ਤੁਸੀਂ ਕ੍ਰੀਏਟ ਕਰੋਗੇ ਤਾਂ ਜ਼ਿਆਦਾ ਬੈਨੀਫੀਸ਼ੀਅਲ ਤੁਹਾਡੇ ਲਈ ਰਹੂਗਾ। ਅਗਰ ਮੇਰੇ ਕੋਲ ਨੋਟਸ ਤੇ ਤੁਸੀਂ ਕਾਪੀ ਪੇਸਟ ਵਾਲੀ ਕੱਲੀ ਗੱਲ ਕਰੋਗੇ ਤਾਂ ਉਨਾ ਜ਼ਿਆਦਾ ਇਫੈਕਟਿਵ ਰਿਜ਼ਲਟ ਤੁਹਾਡਾ ਇੱਧਰ ਨਹੀਂ ਰਹੂਗਾ, ਠੀਕ ਹੈ ਜੀ। ਲਿਖੀ ਉਹਦੇ ਵਿੱਚ ਹਰ ਇੱਕ ਚੀਜ਼ ਹੋਈ ਹੈ, ਬਟ ਹਰ ਇੱਕ ਸਟੂਡੈਂਟ ਦੀ ਇੱਕ ਆਪਣੀ ਲੈਂਗੁਏਜ ਹੁੰਦੀ ਹੈ ਲਿਖਣ ਦੀ, ਠੀਕ ਹੈ ਜੀ। ਮਤਲਬ ਕਿਸ ਤਰੀਕੇ ਦੇ ਨਾਲ ਉਹਨੂੰ ਲਿਖਣਾ ਪਸੰਦ ਹੈ, ਵਧੀਆ ਤੋਂ ਵਧੀਆ ਤਰੀਕੇ ਨਾਲ ਉਹ ਕਿਵੇਂ ਲਿਖ ਸਕਦਾ, ਠੀਕ ਹੈ। ਤਾਂ ਉਹ ਆਪ ਦਾ ਜਿਹੜਾ ਨਮਕ ਮਿਰਚੀ ਹੈ ਉਹ ਉਸ ਨੋਟਸ ਦੇ ਵਿੱਚ ਅਗਰ ਤੁਸੀਂ ਪਾਓਗੇ ਨਾ, ਤਾਂ ਤੁਹਾਡਾ ਜਿਹੜਾ ਰਿਜ਼ਲਟ ਹੈ ਤੇ ਤੁਹਾਡੀ ਜਿਹੜੀ ਨੌਲੇਜ ਹੈ, ਤੁਹਾਡਾ ਜਿਹੜਾ ਇੰਟਰਸਟ ਹੈ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋਊਗਾ। ਤਾਂ ਸਭ ਤੋਂ ਪਹਿਲਾਂ ਬੱਚੇ ਅਸੀਂ ਕੁਆਡਰੈਂਟ ਸਿਸਟਮ ਦੀ ਗੱਲ ਕਰਦੇ ਹਾਂ। ਅਗਰ ਤੁਹਾਨੂੰ ਕੋਈ ਵੀ ਜੋ ਮੈਂ ਚੀਜ਼ ਸਮਝਾਊਂਗਾ ਸਮਝ ਨਾ ਆਈ ਨਾ, ਤਾਂ ਮੈਨੂੰ ਨਾਲ ਦੀ ਨਾਲ ਰੋਕ ਦਿਓ ਵੀ ਸਰ ਇੱਥੇ ਸਮਝਾ ਦਿਓ ਜੀ। ਕੁਆਡਰੈਂਟ ਸਿਸਟਮ ਤੁਸੀਂ ਸਾਰੀ ਮੈਡੀਕਲ ਦੇ ਸਟੂਡੈਂਟ ਹੋਗੇ, ਇੱਕ ਸ਼ੁਭਕਰਮਨ ਕੀ ਹੈ ਨਾਨ ਮੈਡੀਕਲ ਦਾ ਸਟੂਡੈਂਟ ਹੈ, ਬਟ ਕੋਈ ਗੱਲ ਨਹੀਂ, ਸਿੰਪਲ ਚੀਜ਼ਾਂ ਉਨੀਆਂ ਦੱਸੂਗਾ ਜਿੰਨੀਆਂ ਕਿ ਮਤਲਬ ਸਾਨੂੰ ਫਿਜ਼ਿਕਸ ਦੇ ਵਿੱਚ ਸਰ ਮੈਂ ਨਾਨ ਮੈਡੀਕਲ ਦੀ। ਅੱਛਾ ਤੁਸੀਂ ਨਾਨ ਮੈਡੀਕਲ ਦੇ ਹੋ, ਠੀਕ ਹੈ, ਫਿਰ ਉਹ ਵੀ ਵਧੀਆ ਤਾਂ ਯੈਸ ਠੀਕ ਹੈ ਜੀ। ਤਾਂ ਸਿੰਪਲ ਟੂ ਸਿੰਪਲ ਕੀ ਦੱਸਣ ਦੀ ਕੋਸ਼ਿਸ਼ ਕਰੂੰਗਾ, ਇਹੋ ਜਿਹੇ ਤਰੀਕੇ ਨਾਲ ਦੱਸੂਗਾ ਕਿ ਮੁੜ ਕੇ ਜੇ ਤੁਸੀਂ ਖੁਦ ਹੀ ਕੋਈ ਪ੍ਰੈਕਟਿਸ ਕਰ ਲਓਗੇ ਤਾਂ ਦੁਬਾਰਾ ਨਹੀਂ ਭੁੱਲੋਗੇ। ਤਾਂ ਕੁਆਡਰੈਂਟ ਸਿਸਟਮ ਕੀ ਹੈ ਬੱਚੇ, ਇੱਕ ਐਂਗਲਸ ਦਾ ਸਿਸਟਮ ਹੈ। ਇਟ ਇਜ਼ ਅ ਸਿਸਟਮ ਆਫ ਐਂਗਲਸ। It is a system of angles. Angles ਦਾ ਇੱਕ ਸਿਸਟਮ ਹੈ, ਠੀਕ ਹੈ, ਜਿਹਨੂੰ ਅਸੀਂ ਯੂਜ਼ ਕਰਦੇ ਹਾਂ। It is used to find the different values of different angles। अलग-अलग angles ਦੇ ਜੋ ਅਲੱਗ-ਅਲੱਗ ਵੈਲਿਊਜ਼ ਨੇ ਉਹਨਾਂ ਨੂੰ ਫਾਈਂਡ ਕਰਨ ਦੇ ਲਈ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਜਿਵੇਂ ਦੇਖੋ ਮੈਂ ਤੁਹਾਨੂੰ ਕਹਾ ਕਿ ਸਾਈਨ 0, ਤਾਂ ਮੋਸਟਲੀ ਇਹ ਸਾਰਿਆਂ ਨੂੰ ਪਤਾ ਹੁੰਦਾ ਵੀ ਜਿਹੜਾ ਸਾਈਨ 0 ਡਿਗਰੀ ਹੈ ਉਹਦਾ ਆਨਸਰ 0 ਹੁੰਦਾ ਹੈ। ਸਾਨੂੰ ਕਿ 10th ਕਲਾਸ ਦੇ ਵਿੱਚ ਟ੍ਰਿਗਨੋਮੈਟਰੀ ਆ ਜਾਂਦੀ ਹੈ ਤੇ ਸਾਨੂੰ ਉੱਥੇ ਇਹ ਸਿਖਾਇਆ ਜਾਂਦਾ ਹੈ। ਸਾਨੂੰ ਫਿਰ ਕੀ ਦੱਸਿਆ ਜਾਂਦਾ ਵੀ ਜਿਹੜਾ ਸਾਈਨ, ਠੀਕ ਹੈ ਜੀ, 90 ਹੈ ਉਹ 1 ਹੁੰਦਾ ਹੈ, ਠੀਕ ਹੈ ਜੀ। ਸਿਮਿਲਰਲੀ ਫਿਰ ਸਾਨੂੰ ਦੱਸਿਆ ਜਾਂਦਾ ਵੀ ਜਿਹੜਾ cos 0 ਹੈ ਉਹ 1 ਹੁੰਦਾ ਹੈ ਤੇ cos 90 ਹੈ ਜੋ ਉਹ 0 ਹੁੰਦਾ ਹੈ, ਠੀਕ ਹੈ ਜੀ। ਇਸ ਤਰੀਕੇ ਨਾਲ ਸਾਨੂੰ tan 0 ਵੀ ਪਤਾ ਹੁੰਦਾ ਹੈ, tan 0 0 ਹੁੰਦਾ ਹੈ ਤੇ tan 90 ਇਨਫਾਈਨਾਈਟ ਹੁੰਦਾ ਹੈ। ਇਨਫਿਨਾਈਟ ਮਤਲਬ ਇਹਦੀ ਵੈਲਿਊ ਸਾਨੂੰ ਨਹੀਂ ਪਤਾ ਹੈਗੀ, ਅਨਡਿਫਾਈਨਡ ਵੈਲਿਊ ਹੈ। ਇਹ ਕੁਝ ਕੁ ਵੈਲਿਊਜ਼ ਨੇ। ਇਸ ਤੋਂ ਇਲਾਵਾ ਵੀ ਸਾਡੇ ਕੋਲ ਕੁਝ ਵੈਲਿਊਜ਼ ਨੇ, ਜਿਵੇਂ ਅਸੀਂ ਕਹਿੰਦੇ ਵੀ sin 30 ਆਪਾਂ ਨੂੰ ਪਤਾ ਕਿੰਨਾ ਹੁੰਦਾ 1/2, ਠੀਕ ਹੈ ਜੀ। ਤੇ sin 45 ਸਾਡੇ ਕੋਲ ਕਿੰਨਾ ਹੁੰਦਾ ਹੈ, sin 45 ਦਾ 1/√2। sin 60 ਸਾਨੂੰ ਪਤਾ ਸਾਡੇ ਕੋਲ ਕਿੰਨਾ ਹੁੰਦਾ ਹੈ √3/2, ਠੀਕ ਹੈ ਜੀ। 90 ਦੀ ਵੈਲਿਊ ਆਪਾਂ ਦੇਖੋ ਐਜ਼ ਇਟ ਇਜ਼। ਸਾਨੂੰ ਇਹ ਵੀ ਪਤਾ ਹੈ ਵੀ cos 30 ਕਿੰਨਾ ਹੁੰਦਾ ਹੈ, ਇਹ ਆਪੋਜ਼ਿਟ ਹੁੰਦਾ sin ਤੋਂ। ਮਤਲਬ ਜੋ sin 60 ਦੀ ਵੈਲਿਊ ਹੋਊਗੀ ਉਹ cos 30 ਦੀ ਹੁੰਦੀ ਹੈ, ਇਹ ਹੁੰਦੀ ਹੈ √3/2, ਠੀਕ ਹੈ ਜੀ। ਸਾਨੂੰ ਪਤਾ ਹੈ cos 45 ਦੀ ਵੈਲਿਊ ਸੇਮ ਹੁੰਦੀ ਹੈ ਜਿੰਨਾ sin 45 ਦੀ ਹੁੰਦੀ ਹੈ, ਠੀਕ ਹੈ ਜੀ। ਤੇ cos 60 ਸਾਨੂੰ ਪਤਾ ਕਿੰਨਾ ਹੋਊਗਾ ਜਿੰਨਾ sin 30 ਹੋਊਗਾ, ਦੈਟ ਮੀਨਸ 1/2। ਤੇ tan ਬੱਚੇ ਸਾਨੂੰ ਪਤਾ ਹੈ ਜੋ tan ਥੀਟਾ ਹੁੰਦਾ ਹੈ ਉਹ sin ਥੀਟਾ ਅਪੋਨ ਕੀ ਹੁੰਦਾ ਹੈ cos ਥੀਟਾ ਹੁੰਦਾ ਹੈ। ਮਤਲਬ tan ਦਾ ਤੁਸੀਂ ਕੋਈ ਵੀ ਐਂਗਲ ਫਾਈਂਡ ਕਰਨਾ ਹੈ, ਅਗਰ ਤੁਹਾਨੂੰ sin ਦਾ ਐਂਗਲ ਪਤਾ ਹੈ
ਤੇ cos ਦਾ ਐਂਗਲ ਪਤਾ ਹੈ, ਤੁਸੀਂ ਦੋਨੋਂ ਨੂੰ ਡਿਵਾਈਡ ਕਰੋਗੇ ਤਾਂ ਤੁਸੀਂ ਉਹਨਾਂ ਦੀਆਂ ਵੈਲਿਊਜ਼ ਕੀ ਕੈਲਕੂਲੇਟ ਕਰ ਸਕਦੇ ਹੋ। ਇੱਕ ਇਹੋ ਜਿਹੀਆਂ ਕੁਝ ਵੈਲਿਊਜ਼ ਨੇ ਜਿਹੜੀਆਂ ਸਾਨੂੰ ਯਾਦ ਰਹਿੰਦੀਆਂ ਨੇ, ਬਟ ਬੱਚੇ ਕਈ ਵੈਲਿਊਜ਼ ਐਦਾਂ ਦੀਆਂ ਨੇ, ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਾਂ ਕਿ find the value of sine 220 ਜਾਂ 120 ਕਰ 120 डिग्री ਸਾਨੂੰ ਕਹਿੰਗੇ ਵੀ ਇਹਦੀ ਵੈਲਿਊ ਫਾਈਂਡ ਕਰੋ, ਠੀਕ ਹੈ ਜੀ। ਜਾਂ ਮੰਨ ਲਓ ਸਾਨੂੰ ਕਹਿ ਦੇਣ ਕਿ ਫਾਈਂਡ ਦਾ ਵੈਲਿਊ ਆਫ sin 210 डिग्री, ठीक है जी। ਜਾਂ सपोज ਸਾਨੂੰ ਕਹਿ ਦੇਣ find the value of cos 120 degree, ਜਾਂ ਸਾਨੂੰ ਕਹਿ ਦੇਣ find the value of cos 210 degree। ਤਾਂ ਇਹੋ ਜਿਹੀਆਂ ਵੈਲਿਊਜ਼ ਨੂੰ ਬੱਚੇ ਸੋਲਵ ਕਰਨ ਦੇ ਲਈ ਅਸੀਂ ਕੁਆਡਰੈਂਟ ਸਿਸਟਮ ਯੂਜ਼ ਕਰਦੇ। ਇਹਦੇ ਨਾਲ ਵੀ ਸਾਰੀਆਂ ਵੈਲਿਊਜ਼ ਨਹੀਂ ਕੈਲਕੂਲੇਟ ਕਰ ਸਕਦੇ, ਕੁਝ ਪਾਰਟਿਕੂਲਰ ਵੈਲਿਊਜ਼ ਨੇ ਜਿਹੜੀਆਂ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਤਾਂ ਯੂਜ਼ ਕੀ ਹੈ, ਮੈਂ ਤੁਹਾਨੂੰ ਦੱਸਦਾ ਵੀ ਅਸੀਂ ਕਿਉਂ ਯੂਜ਼ ਕਰ ਰਹੇ ਹਾਂ ਕੁਆਡਰੈਂਟ ਸਿਸਟਮ, ਠੀਕ ਹੈ। ਤੇ ਕੁਆਡਰੈਂਟ ਸਿਸਟਮ ਨੂੰ ਹੁਣ ਅਸੀਂ ਸਮਝਦੇ ਹਾਂ ਕਿ ਕਿੱਦਾਂ ਅਸੀਂ ਇਸ ਨੂੰ ਕੀ ਹੈ ਅਪਲਾਈ ਕਰ ਸਕਦੇ ਹਾਂ। ਤਾਂ ਕੁਆਡਰੈਂਟ ਬੱਚੇ, ਕੁਆਡਰੈਂਟ ਦਾ ਮਤਲਬ ਹੁੰਦਾ 4 ਪਾਰਟਸ ਦੇ ਵਿੱਚ ਡਿਵਾਈਡ ਕਰਨਾ ਕੁਆਡਰੈਂਟ। ਤਾਂ ਅਸੀਂ ਕੀ ਹੈ ਐਂਗਲ ਦੇ ਸਿਸਟਮ ਨੂੰ 4 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ। ਦੇਖੋ ਸਾਰੇ ਕੋਲੇ ਡੀ ਹੁੰਦੀ ਆ ਨਾ ਐਂਗਲ ਮੈਜ਼ਰ ਕਰਨ ਵਾਲੀ, ਤਾਂ ਜਿਹੜੀ ਸਾਡੇ ਕੋਲੇ ਆ ਐਕਸਿਸ ਹੈ ਜਿਹਨੂੰ ਅਸੀਂ ਐਕਸ ਐਕਸਿਸ ਬੋਲਦੇ ਹੁੰਦੇ ਆ ਨਾ, ਤਾਂ ਅਗਰ ਬੱਚੇ ਅਸੀਂ ਇੱਥੋਂ ਸਟਾਰਟ ਕਰੀਏ ਤਾਂ ਤੁਸੀਂ ਯਾਦ ਕਰੋ ਡੀ ਦਾ ਇੱਥੇ ਕਿੰਨਾ ਐਂਗਲ ਹੁੰਦਾ ਹੈ 0 ਡਿਗਰੀ। ਡੀ ਦਾ ਇੱਥੇ ਐਂਗਲ ਕਿੰਨਾ ਹੁੰਦਾ ਹੈ 0 ਡਿਗਰੀ। ਤੇ ਇਸ 0 ਡਿਗਰੀ ਤੋਂ ਜਦੋਂ ਤੁਸੀਂ ਇਦਾਂ ਅਪ ਚੱਲਦੇ ਜਾਂਦੇ ਹੋ ਤਾਂ ਤੁਸੀਂ ਕੀ ਹੈ ਕਿਸ ਐਂਗਲ ਦੇ ਵੱਲ ਜਾ ਰਹੇ ਹੁੰਦੇ ਹੋ 90। ਤਾਂ ਬੱਚੇ ਜਦੋਂ ਤੁਸੀਂ ਇੱਥੇ ਪਹੁੰਚੋਗੇ ਇਸ ਪੋਜੀਸ਼ਨ ਤੋਂ, ਅਗਰ ਤੁਸੀਂ ਇਸ ਪੋਜੀਸ਼ਨ ਤੇ ਪਹੁੰਚ ਰਹੇ ਹੋ ਤਾਂ ਅਸੀਂ ਇੱਥੇ ਕੀ ਕਹਾਂਗੇ, ਇੱਥੇ ਆ ਜਾਊਗਾ ਰਾਈਟ ਐਂਗਲ ਮਤਲਬ 90 ਡਿਗਰੀ। ਓਕੇ, ਇਸ ਤੋਂ ਬਾਅਦ ਅਗਰ 90 ਤੋਂ ਫਿਰ ਅੱਗੇ ਚੱਲੋਗੇ ਤਾਂ ਇੱਥੇ ਬੱਚੇ ਸਾਨੂੰ ਪਤਾ ਲੱਗਦਾ ਹੈ ਕਿੰਨਾ ਐਂਗਲ ਆ ਜਾਊਗਾ 180 ਡਿਗਰੀ। ਇਸ 180 ਡਿਗਰੀ ਦੇ ਵਿੱਚ ਅੱਗੇ ਅਸੀਂ ਹੋਰ ਅਗਰ 90 ਦਾ ਐਂਗਲ ਕਵਰ ਕਰ ਲਾਂਗੇ ਤਾਂ ਸਾਡੇ ਕੋਲੇ ਆ ਜਾਊਗਾ ਬੱਚੇ 270 ਡਿਗਰੀ। ਇਸ 270 ਡਿਗਰੀ ਦੇ ਵਿੱਚ ਅਗਰ ਫਿਰ ਅਸੀਂ 90 ਦਾ ਐਂਗਲ ਐਡ ਕਰ ਦਾਂਗੇ ਤਾਂ ਕਿੰਨਾ ਆ ਜਾਊ ਸਾਡੇ ਕੋਲੇ 360 ਡਿਗਰੀ। ਦੇਖੋ ਜੀ ਇੰਨੀ ਗੱਲ ਕਲੀਅਰ ਹੈ। यस सर। ठीक है ओके। अब बस रिस्पॉन्स देना बहुत जरूरी है, ठीक है। अगर कुछ ना पता लग गया तो देखो उसमें दसना पऊगा बच्चे। जब सामने स्टूडेंट बैठे होंगे ना, कई बार स्टूडेंट बैठे इदां ही मतलब बोर्ड ते समझा रहे होंगे तो हमें देख रहे होंगे ने भी ठीक है ठीक है ठीक है, बट जिन्ना टाइम उदों भी उन्हों दा रिस्पॉन्स नहीं होंदा उन्ना टाइम वो सीखते नहीं है, ठीक है। रिस्पॉन्स देना मस्ट है। ओके, फिर ਅਸੀਂ ਇਸ ਜਿਹੜੇ ਆ ਜਿਹੜੇ ਦੇਖੋ ਕੁਆਡਰੈਂਟ ਸਿਸਟਮ ਹੋ ਗਿਆ ਨਾ, ਇਹ ਕੁਆਡਰੈਂਟ ਮਤਲਬ 4 ਹਿੱਸੇ ਡਿਵਾਈਡ ਕਰਤਾ। ਆ ਇਹਨੂੰ ਅਸੀਂ ਕਿਹਾ ਫਸਟ ਕੁਆਡਰੈਂਟ, ਇਹਨੂੰ ਕਿਹਾ ਅਸੀਂ ਸੈਕੰਡ ਕੁਆਡਰੈਂਟ, ਇਹਨੂੰ ਅਸੀਂ ਬੋਲਿਆ ਥਰਡ ਕੁਆਡਰੈਂਟ ਤੇ ਇਹਨੂੰ ਅਸੀਂ ਬੋਲਿਆ ਫੋਰਥ ਕੁਆਡਰੈਂਟ, ਠੀਕ ਹੈ ਜੀ। ਫਸਟ ਜਿਹੜਾ ਕੁਆਡਰੈਂਟ ਹੈ ਬੱਚੇ, ਇਹਦੇ ਵਿੱਚ ਜਿੰਨੇ ਵੀ ਟ੍ਰਿਗਨੋਮੈਟਰੀ ਫੰਕਸ਼ਨ ਨੇ, ਆਲ ट्रिग्नोमेट्रिक फंक्शंस, जिन्ने भी ट्रिग्नोमेट्रिक फंक्शन है बच्चे साइन थीटा कॉस थीटा टैन थीटा कॉट, जिन्ने भी उन्ना सारियां दी वैल्यू है बच्चे जिहड़ी इत्थे वो पॉजिटिव हुंदी है। मतलब वो अगर इस क्वाड्रेंट च लाई करनगे ਤਾਂ ਉਹਨਾਂ ਦਾ ਆਨਸਰ ਅਸੀਂ ਪਲੱਸ ਲਿਖਾਂਗੇ। ਆਲ ਟ੍ਰਿਗਨੋਮੈਟ੍ਰਿਕ ਫੰਕਸ਼ਨ ਜਿਹੜਾ ਬੱਚੇ ਸੈਕੰਡ ਕੁਆਡਰੈਂਟ ਹੈ, ਸੈਕੰਡ ਕੁਆਡਰੈਂਟ ਦੇ ਵਿੱਚ ਓਨਲੀ ਸਾइन थीटा
ਤੇ ਇੱਕ ਹੁੰਦਾ ਬੱਚੇ ਕੋਸਿਕੈਂਟ ਥੀਟਾ। ਸਿਰਫ ਔਰ ਸਿਰਫ ਇਹਨਾਂ ਦੀਆਂ ਵੈਲਿਊਜ਼ ਨੂੰ ਅਸੀਂ ਪੋਜ਼ਿਟਿਵ ਮੰਨਦੇ ਹਾਂ, all other are negative। ਬਾਕੀ ਜਿੰਨੇ ਵੀ ਫੰਕਸ਼ਨ ਇਸ ਸਿਸਟਮ ਚ, ਇਸ ਕੁਆਡਰੈਂਟ ਸਿਸਟਮ ਚ ਆਉਣਗੇ, ਉਹਨਾਂ ਦੀ ਵੈਲਿਊ ਕੀ ਹੋਊਗੀ? ਨੈਗੇਟਿਵ। ਫਿਰ ਅਸੀਂ ਥਰਡ ਸਿਸਟਮ ਦੇ ਵਿੱਚ ਆ ਜਾਂਦੇ ਹਾਂ। ਥਰਡ ਸਿਸਟਮ ਦੇ ਵਿੱਚ ਬੱਚੇ ਕੀ ਹੈ? ਇੱਕ ਆ ਜਾਂਦਾ tan ਥੀਟਾ, ਇੱਕ ਆ ਜਾਂਦਾ cot ਥੀਟਾ। ਇਹ ਸਿਰਫ ਔਰ ਸਿਰਫ ਦੋ ਫੰਕਸ਼ਨ ਇਹੋ ਜਿਹੇ ਨੇ ਟ੍ਰਿਗਨੋਮੈਟਰੀ ਫੰਕਸ਼ਨ, ਜਿਹੜੇ ਅਗਰ ਥਰਡ ਕੁਆਡਰੈਂਟ ਸਿਸਟਮ ਚ ਆਉਂਦੇ ਨੇ ਤਾਂ ਇਹਨਾਂ ਦੀ ਜਿਹੜੀ ਵੈਲਿਊਜ਼ ਨੇ ਅਸੀਂ ਲਿਖਾਂਗੇ ਪਲੱਸ ਦੇ ਵਿੱਚ, ਤੇ ਬਾਕੀ all other ਕੀ ਲਿਖਾਂਗੇ? ਨੈਗੇਟਿਵ। all other are negative। ਠੀਕ ਹੈ ਜੀ। ਤੇ ਲਾਸਟ ਦੇ ਵਿੱਚ ਜਿਹੜਾ ਫੋਰਥ ਕੁਆਡਰੈਂਟ ਹੈ, ਇਹਦੇ ਵਿੱਚ cos ਥੀਟਾ ਤੇ ਇੱਕ ਆਉਂਦਾ secant ਥੀਟਾ। ਇਹਨਾਂ ਦੀਆਂ ਵੈਲਿਊਜ਼ ਨੂੰ ਅਸੀਂ ਪੋਜ਼ਿਟਿਵ ਲਿਖਾਂਗੇ, ਬਾਕੀ all other are negative। देखो एक बार स्टार्टिंग ਦੇ ਵਿੱਚ ਤੁਹਾਨੂੰ ਇਹ ਲੱਗ ਰਿਹਾ ਹੋਗਾ ਵੀ ਇਹ ਕਿਵੇਂ ਯਾਦ ਰੱਖਿਆ ਜਾਊਗਾ, ਕੋਈ ਵੱਡੀ ਗੱਲ ਨਹੀਂ, ਸਾਰਿਆਂ ਦੇ ਯਾਦ ਹੋ ਜਾਂਦਾ ਹੈ। ਜਦੋਂ ਤੁਸੀਂ ਇਹਨੂੰ ਇੱਕ ਵਾਰੀ ਖੁਦ ਕਰਕੇ ਦੇਖੋਗੇ ਤੁਹਾਡੇ ਯਾਦ ਆ ਜਾਊਗਾ। ਸਮਝ ਲਿਓ ਪਹਿਲਾਂ ਧਿਆਨ ਨਾਲ, ਠੀਕ ਹੈ। ਨਾਲ ਲਿਖਣ ਦੀ ਕੋਈ ਤੁਹਾਨੂੰ ਲੋੜ ਨਹੀਂ ਹੈਗੀ, ਨੋਟਸ ਵਗੈਰਾ ਨਾ ਬਣਾਇਓ ਨਾਲ, ਠੀਕ ਹੈ। ਜਸਟ ਤੁਹਾਡਾ ਜਿਹੜਾ ਦਿਮਾਗ ਹੈ ਉਹ ਮਤਲਬ ਦਿਮਾਗ ਤੁਹਾਡਾ ਪੂਰਾ ਕਨਸੈਂਟਰੇਟ ਹੋਣਾ ਚਾਹੀਦਾ ਸਕਰੀਨ ਵੱਲ, ਠੀਕ ਹੈ ਜੀ। ਤਾਂ ਬੱਚੇ ਇਹਨੂੰ ਨਾ ਯਾਦ ਰੱਖਣ ਦਾ ਵੀ ਇੱਕ ਛੋਟਾ ਜਿਹਾ ਤਰੀਕਾ ਹੈਗਾ, ਉਹ ਹੈਗਾ ਤੁਸੀਂ ਯਾਦ ਰੱਖਣਾ all, ਇੱਥੋਂ ਚੱਕ ਲਓ all, ਦੇਖੋ ਸਾਈਨ ਤੇ ਲਿਖ ਲਓ s, all school to college, all school to college। देखो all ਦੇ ਵਿੱਚ ਠੀਕ ਹੈ ਸਾਰਾ ਆਪਾਂ ਚੱਕ ਲਿਆ, ਸਕੂਲ ਦੇ ਵਿੱਚੋਂ ਕੱਲੀ s ਯੂਜ਼ ਕਰ ਲਓ, ਤੇ to ਦੇ ਵਿੱਚੋਂ ਸਿਰਫ t ਯੂਜ਼ ਕਰ ਲਓ, ਐਂਡ ਕਾਲਜ ਦੇ ਵਿੱਚੋਂ ਸਿਰਫ c ਯੂਜ਼ ਕਰ ਲਓ। all school to college ਦੇ ਵਿੱਚ ਕੀ ਦੇਖੋ, all ਮਤਲਬ ਜਿੰਨੇ ਵੀ ਟ੍ਰਿਗਨੋਮੈਟਰੀ ਫੰਕਸ਼ਨ ਸਾਰੇ ਪੋਜ਼ਿਟਿਵ, s ਤੇ ਕਿਹੜਾ ਹੁੰਦਾ ਹੈ? ਸਾਈਨ, ਤੇ ਸਾਈਨ ਦਾ ਬੱਚੇ ਜਿਹੜਾ ਆਪੋਜ਼ਿਟ ਹੁੰਦਾ ਕੋਸਿਕੈਂਟ ਹੁੰਦਾ ਹੈ, ਸਿਰਫ ਔਰ ਸਿਰਫ ਉਹ ਪੋਜ਼ਿਟਿਵ। t for tan, tan ਦਾ ਆਪੋਜ਼ਿਟ cot, ਸਿਰਫ ਔਰ ਸਿਰਫ a ਪੋਜ਼ਿਟਿਵ। c for cos, cos ਦਾ ਆਪੋਜ਼ਿਟ secant, ਸਿਰਫ ਔਰ ਸਿਰਫ a ਪੋਜ਼ਿਟਿਵ, ਬਾਕੀ ਦੇ ਨੈਗੇਟਿਵ। ਠੀਕ ਹੈ ਜੀ। ਇਸ ਤਰੀਕੇ ਦੇ ਨਾਲ ਤੁਸੀਂ ਇਹ ਯਾਦ ਰੱਖ ਸਕਦੇ ਹੋ। ਓਕੇ, ਹੁਣ ਇੱਕ ਚੀਜ਼ ਸੋਚ ਕੇ ਦੇਖੋ, ਦੇਖੋ ਤੁਹਾਡੇ ਕੋਲੇ ਇਹ ਹੈਗਾ 0 ਡਿਗਰੀ, ਇੱਥੇ ਹੈਗਾ 0 ਡਿਗਰੀ, ਇਹ ਤੁਹਾਡੇ ਕੋਲੇ ਹੈਗਾ 90 ਡਿਗਰੀ, ਇਹ ਹੈਗਾ 0, ਇਹ ਹੈਗਾ 90। ਅਗਰ ਬੱਚੇ ਮੈਂ 90 ਤੋਂ ਬੈਕਵਰਡ ਇਸ ਡਾਇਰੈਕਸ਼ਨ ਚ ਆਵਾਂ, ਇਹਦਾ ਮਤਲਬ ਕੁਛ ਨਾ ਕੁਛ ਐਂਗਲ ਮਾਈਨਸ ਹੋ ਰਹੇ। 90 ਦੇ ਵਿੱਚੋਂ ਮੰਨ ਲਓ ਮੈਂ 20 ਮਾਈਨਸ ਕਰਤਾ ਤਾਂ ਕਿੰਨਾ ਹੋਗਾ? 70। ਅਗਰ 90 ਦੇ ਵਿੱਚੋਂ ਮੈਂ 45 ਮਾਈਨਸ ਕਰਤਾ ਤਾਂ ਕਿੰਨਾ ਹੋਗਾ? 45। ਤਾਂ ਬੱਚੇ ਅਗਰ ਅਸੀਂ ਇਸ 90 ਤੋਂ ਦੇ ਵਿੱਚੋਂ ਕੁਝ ਵੀ ਐਂਗਲ ਮਾਈਨਸ ਕਰਦੇ ਹਾਂ, 90 ਦੇ ਵਿੱਚੋਂ ਕੁਝ ਵੀ ਐਂਗਲ ਮਾਈਨਸ ਕਰਦੇ ਹਾਂ, ਤਾਂ ਅਸੀਂ ਫਸਟ ਕੁਆਡਰੈਂਟ ਸਿਸਟਮ ਦੇ ਵਿੱਚ ਆਉਂਦੇ। ਇਹਨੂੰ ਬਸ ਧਿਆਨ ਚ ਰੱਖਣਾ। 90 ਦੇ ਵਿੱਚੋਂ ਮਾਈਨਸ ਕਰਨਾ ਮਤਲਬ ਪਹਿਲੇ ਕੁਆਡਰੈਂਟ ਦੇ ਵਿੱਚ ਸ਼ਿਫਟ ਹੋ ਜਾਣਾ। ਹੁਣ ਸੋਚ ਕੇ ਦੇਖੋ, ਅਗਰ ਮੈਂ 90 ਦੇ ਐਂਗਲ ਦੇ ਵਿੱਚ ਥੋੜਾ ਜਿਹਾ ਵੀ ਐਂਗਲ ਐਡ ਕਰਦਾ ਤਾਂ ਫਿਰ ਮੈਂ ਕਿਹੜੇ ਕੁਆਡਰੈਂਟ 'ਚ ਜਾ ਕੇ ਡਿੱਗੂਗਾ? ਸੈਕਿੰਡ। ਇਹਦਾ ਮਤਲਬ ਇਹ ਸਾਈਡ ਕੀ ਆਊਗਾ? ਸੈਕਿੰਡ ਕੁਆਡਰੈਂਟ ਦੇ ਵਿੱਚ ਆਊਗਾ 90 ਪਲੱਸ, ਕਿਉਂਕਿ 90 ਵਾਲਾ ਦਾ ਐਂਗਲ ਇੱਥੇ ਹੈ, ਉਹਦੇ ਵਿੱਚ ਐਡ ਕਰੋਗੇ ਤਾਂ ਸੈਕਿੰਡ 'ਚ ਜਾਓਗੇ, ਉਹਦੇ ਵਿੱਚੋਂ ਮਾਈਨਸ ਕਰੋਗੇ ਤਾਂ ਫਸਟ ਦੇ ਵਿੱਚ ਆਓਗੇ। ਸਿਮਿਲਰਲੀ ਹੁਣ 180 ਦੇ ਨੂੰ ਸੋਚੋ, ਅਗਰ 180 ਆ ਦੇਖੋ, ਆ 180 ਹੈ, 180 ਦੇ ਵਿੱਚੋਂ ਅਗਰ ਮੈਂ ਕੋਈ ਥੀਟਾ ਐਂਗਲ ਬੱਚੇ ਮਾਈਨਸ ਕਰਾਂ ਤਾਂ ਮੈਨੂੰ ਦੱਸੋ ਮੈਂ ਕਿਹੜੇ ਕੁਆਡਰੈਂਟ ਜਾਊਂਗਾ? ਸੈਕਿੰਡ ਔਰ ਥਰਡ? ਸੈਕਿੰਡ। ਵੈਰੀ ਗੁੱਡ। ਤਾਂ ਇਹ 180 ਮਾਈਨਸ ਥੀਟਾ, ਇਹਦਾ ਮਤਲਬ ਇਹ ਆ ਗਿਆ ਸੈਕਿੰਡ ਕੁਆਡਰੈਂਟ। ਅਗਰ 180 ਦੇ ਵਿੱਚ ਮੈਂ ਪਲੱਸ ਕੁਛ ਨਾ ਕੁਛ ਕਰਦਾ, that means ਮੈਂ ਸ਼ਿਫਟ ਹੋ ਜਾਊਂਗਾ ਬੱਚੇ ਥਰਡ ਕੁਆਡਰੈਂਟ ਦੇ ਵਿੱਚ। ਸਿਮਿਲਰਲੀ ਹੁਣ ਸੋਚੋ 270 ਦੇ ਵਿੱਚੋਂ ਅਗਰ ਥੀਟਾ ਐਂਗਲ ਮਾਈਨਸ ਕਰੋਗੇ ਤਾਂ ਕਿਹੜੇ ਕੁਆਡਰੈਂਟ ਚ ਆਉਂਗੇ? ਥਰਡ ਦੇ ਵਿੱਚ। 270 ਦੇ ਵਿੱਚੋਂ ਕੁਝ ਵੀ ਐਂਗਲ ਥੀਟਾ ਮਾਈਨਸ ਕੀਤਾ ਤਾਂ ਅਸੀਂ ਆ ਗਏ ਥਰਡ ਦੇ ਵਿੱਚ। ਅਗਰ ਇਹਦੇ ਵਿੱਚ ਅਸੀਂ ਐਡ ਕਰ ਦਈਏ ਥੀਟਾ ਐਂਗਲ ਤਾਂ ਅਸੀਂ ਫਿਰ ਕੀ ਹੈ?
फोर्थ क्वाड्रेंट ਦੇ ਵਿੱਚ ਪਹੁੰਚ ਜਾਵਾਂਗੇ। ਹੁਣ ਸਿਮਿਲਰਲੀ ਉੱਪਰ ਹੈਗਾ 360 ਜਾਂ 0, ਅਗਰ 360 ਦੇ ਵਿੱਚੋਂ ਕੁਝ ਮਾਈਨਸ ਕਰੋਗੇ ਮਤਲਬ ਫਿਰ ਵੀ ਕਿੱਥੇ ਰਹੋਗੇ फोर्थ ਦੇ ਵਿੱਚ। ਹੁਣ ਅਗਰ ਮੈਂ ਕਹਾ 360 ਦੇ ਵਿੱਚ ਕੁਝ ਐਡ ਕਰ ਦੋ ਤਾਂ ਸ਼ਿਫਟ ਹੋ ਜਾਓਗੇ ਤੁਸੀਂ ਫਸਟ ਕੁਆਡਰੈਂਟ। ਬਸ ਇਹ ਸਾਰਾ ਬੇਸਿਕ ਹੈ ਕੁਆਡਰੈਂਟ ਸਿਸਟਮ ਦਾ, ਠੀਕ ਹੈ ਜੀ। ਹੁਣ ਇਸ ਕੁਆਡਰੈਂਟ ਸਿਸਟਮ ਨੂੰ ਅਸੀਂ ਅਪਲਾਈ ਕਿਵੇਂ ਕਰਨਾ ਹੈ ਉਹਦੇ ਅਸੀਂ ਸਟੈਪਸ ਦੇਖਦੇ ਹਾਂ। ਸਟੈਪ ਨੰਬਰ 1, ਜਦੋਂ ਵੀ ਤੁਸੀਂ ਕੁਆਡਰੈਂਟ ਸਿਸਟਮ ਦਾ ਕੋਈ मतलब अप्लाई कर रहे हो किसी भी जगह पे, तो सब तो पहला स्टेप ਤੁਹਾਡਾ होना चाहिए है फाइंड द क्वाड्रेंट सिस्टम। सब तो पहला ਤੁਸੀਂ क्वाड्रेंट सिस्टम फाइंड करना है कि जो भी ਤੁਹਾਡੇ ਕੋਲੇ एंगल गिवन है कि वो फर्स्ट क्वाड्रेंट ਚ लाई करदा है, कि वो सैकेंड क्वाड्रेंट ਚ लाई करदा है, कि वो थर्ड ਚ लाई करदा है ਜਾਂ ਉਹ ਕੀ ਹੈ फोर्थ ਚ लाई करदा है। ਕਿਸੇ ਨਾ ਕਿਸੇ ਇੱਕ क्वाड्रेंट ਦੇ ਵਿੱਚ ਉਹ लाई करदा होएगा। Step number 2, check it is positive or negative। फिर ਅਸੀਂ चेक करना है कि ਜਿਹੜਾ ਵੀ ਉਹ फंक्शन है ਉਹ ਜਿਹੜੇ ਵੀ क्वाड्रेंट सिस्टम ਦੇ ਵਿੱਚ लाई कर रहे हैं कि उस जगह ਤੇ ਉਹਦੀ वैल्यू पॉजिटिव है ਜਾਂ नेगेटिव है। जिवें एग्जांपल ਤੁਹਾਨੂੰ ਦੇਵਾਂ, ਮੰਨ ਲਓ ਜਿਵੇਂ साइन फंक्शन है, साइन मैं सिर्फ साइन लिख रहा, कोई भी एंगल ਇੱਥੇ ਹੋ ਸਕਦਾ है। साइन फंक्शन ਆਪਾਂ ਨੂੰ ਪਤਾ ਕਿੱਥੇ ਸੈਕੰਡ ਕੁਆਡਰੈਂਟ ਦੇ ਵਿੱਚ ਕੀ ਹੁੰਦਾ ਹੈ पॉजिटिव ਹੁੰਦਾ ਹੈ। ਅਗਰ ਤੁਹਾਡੇ ਕੋਲ साइन ਦੀ ਕੋਈ ਇਹੋ ਜਿਹੀ ਵੈਲਿਊ ਦਿੱਤੀ ਹੋਈ ਹੈ ਜਿਹੜੀ ਉਹ ਸੈਕੰਡ ਕੁਆਡਰੈਂਟ ਦੇ ਵਿੱਚ ਆ ਗਈ, ਇਹਦਾ ਮਤਲਬ ਇਹਦਾ ਆਨਸਰ ਕੀ ਆਊਗਾ ਪਲੱਸ। ਅਗਰ ਤੁਹਾਡੇ ਕੋਲ साइन ਦੀ ਕੁਝ ਇਹੋ ਜਿਹੀ ਵੈਲਿਊ ਦਿੱਤੀ ਹੋਈ ਹੈ ਜਿਹੜੀ ਸੈਕੰਡ ਛੱਡ ਕੇ ਬਾਕੀ थर्ड ਜਾਂ फोर्थ ਦੇ ਵਿੱਚ ਆ ਗਈ, ਇਹਦਾ ਮਤਲਬ थर्ड ਤੇ फोर्थ ਦੇ ਵਿੱਚ साइन ਕੀ ਹੋਊਗਾ नेगेटिव। ਫਿਰ ਉਹਦਾ ਆਨਸਰ ਕੀ ਆਊਗਾ नेगेटिव। थर्ड स्टेप की मैं ਤੁਹਾਨੂੰ एग्जांपल भी करके दिखाऊंगा, एक बार ਤੁਹਾਨੂੰ स्टेप सिखा रहा बस। स्टेप नंबर 3, चेक चेंज। चेंज ਨੂੰ चेक करना है भी ਜਿਹੜਾ ਕੋਈ फंक्शन है वो चेंज होएगा ਜਾਂ नहीं होएगा। ਕਿਵੇਂ ਦੇਖੋ चेंज ਕਿਵੇਂ ਹੋ ਸਕਦੇ ਹੈ। अगर ਤੁਹਾਡੇ ਕੋਲ sin थीटा ਦਾ फंक्शन है ਤਾਂ ਉਹਨੂੰ ਅਸੀਂ चेंज करके cos थीटा लिख सकते हैं ਤੇ cos ਨੂੰ ਅਸੀਂ sin लिख सकते हैं। अगर ਤੁਹਾਡੇ ਕੋਲ tan थीटा ਦਾ फंक्शन है ਉਹਨੂੰ ਅਸੀਂ चेंज करके cot लिख सकते हैं ਤੇ cot ਨੂੰ ਅਸੀਂ ਲਿਖ ਸਕਦੇ ਹਾਂ tan। बट ਇਹ ਧਿਆਨ ਰੱਖਣਾ ਪਊਗਾ ਵੀ ਕਦੋਂ ਜਿਹੜਾ ਫੰਕਸ਼ਨ ਹੈ ਚੇਂਜ ਹੋਊਗਾ। ਅਗਰ ਤਾਂ ਬੱਚੇ ਜਿਹੜਾ ਐਂਗਲ ਹੈ ਉਹ 90 ਡਿਗਰੀ ਜਾਂ 270 ਡਿਗਰੀ ਹੋਵੇ ਤਾਂ ਫੰਕਸ਼ਨ ਹੈ ਜਿਹੜਾ ਫੰਕਸ਼ਨ ਉਹ ਚੇਂਜ ਹੋਏਗਾ, फंक्शन चेंज होएगा। अगर थीटा जो ਤੁਹਾਡੇ ਕੋਲੇ है ਉਹ ਤੁਹਾਡੇ ਕੋਲੇ ਕੀ है 180 ਜਾਂ 360 है ਤਾਂ ਜਿਹੜਾ ਬੱਚੇ फंक्शन है वो चेंज नहीं होगा। एज इट इज रखना पड़ेगा। मतलब जे तो देखो मान लो अगर साइन 90 प्लस कुछ समथिंग आ गया 90 है ना, तो साइन की जगह पे कॉस लिख सकते हैं। अगर साइन 180 प्लस कुछ 180 माइनस वो 180 है ना, 180 ਤੇ ਅਸੀਂ चेंज नहीं कर सकते। ठीक है, तो फटाफट मैं दोबारा मतलब दस एक बारी। पहला स्टेप क्वाड्रेंट सिस्टम चेक करना, सेकंड स्टेप देखना भी वैल्यू पॉजिटिव आऊगी या नेगेटिव आऊगी, थर्ड देखना चेंज फंक्शन का चेंज। अगर 90 है 270 है तो चेंज कर दो, अगर नहीं हैगा तो चेंज ना करो। देखो तुसी दोनों चीज़ां ना याद रखियो, तुसी एक चीज़ याद रखियो भी अगर 90 ते 270 है तो फंक्शन चेंज होगा, अदरवाइज नहीं होगा। बस जे तुसी दोनों याद रखने की कोशिश करोगे फिर हो सकता तुसी कंफ्यूज हो जाओ। तो तुसी सिर्फ एक याद रखो भी अगर 90 या 270 मिलता है तो चेंज कर दो, अदरवाइज चेंज नहीं। तो आप जी फर्स्ट एग्जांपल पर चलते हैं। तो तुम लगूगा भी ये तो बहुत सौखा। फर्स्ट जिम्मे बच्चे मैं स्टार्टिंग से देखो कुछ वैल्यूज लिखी सी, जिम्मे मान लो आप फाइंड करना है साइन 120। फर्स्ट क्वेश्चन है साइन 120।
इस ਜਿਹੜੇ एंगल ਨੂੰ ਬੱਚੇ ਅਸੀਂ ਕੁਆਡਰੈਂਟ ਸਿਸਟਮ ਦੀ ਫਾਰਮ 'ਚ ਲਿਖਣਾ ਹੁੰਦਾ ਹੈ। देखो sin 120 ਨੂੰ मैं दो तरीके ਨਾਲ ਲਿਖ ਸਕਦਾ, ਤੁਸੀਂ ਵੀ ਲਿਖ ਸਕਦੇ ਹੋ। ਦੇਖੋ ਇੱਕ ਵਾਰੀ ਧਿਆਨ ਨਾਲ ਸੁਣ ਲਓ, ਫਿਰ ਮੈਂ ਤੁਹਾਡੇ ਤੋਂ ਕੁਐਸਚਨ ਕਰਾਉਂਗਾ। ਜਿਵੇਂ sin ਇਹਨੂੰ ਮੈਂ ਐਵੇਂ ਲਿਖ ਸਕਦਾ 90 डिग्री प्लस 30 डिग्री। देखो 90 प्लस कितना ਹੁੰਦਾ 120 ਹੁੰਦਾ ਤਾਂ ਲਿਖ ਸਕਦੇ ਆ, ਕੋਈ ਦਿੱਕਤ ਨਹੀਂ। अच्छा ਇਹਨੂੰ मैं ਐਵੇਂ ਵੀ ਲਿਖ ਸਕਦਾ ਨਾ sin 180 डिग्री माइनस 60 डिग्री। यस और नो? Yes, sir. वेरी गुड, ओके। ਹੁਣ ਆ ਜਾਓ, ਇਹ ਦੇਖੋ ਦੋ ਤਰ੍ਹਾਂ ਦੇ ਦੋ ਕੁਐਸਚਨ ਬਣ ਗਏ। ਇੱਕ ਕੁਐਸਚਨ ਨੂੰ ਸੋਲਵ ਕਰਨ ਦੇ ਦੋ ਤਰੀਕੇ ਨੇ। ਅਗਰ ਮੈਂ ਪਹਿਲਾਂ ਇਸ ਕੁਐਸਚਨ ਨੂੰ ਇਸ ਤਰੀਕੇ ਨਾਲ ਇਹਨੂੰ ਸੋਲਵ ਕਰਾਂ, ਦੇਖੋ ਸਭ ਤੋਂ ਪਹਿਲਾਂ ਸਾਡਾ ਜਿਹੜਾ ਕੀ ਹੈ ਕੰਮ ਸੀਗਾ ਉਹ ਕੁਆਡਰੈਂਟ ਸਿਸਟਮ। ਆਪਾਂ ਫਟਾਫਟ ਇੱਥੇ ਕੁਆਡਰੈਂਟ ਸਿਸਟਮ ਬਣਾ ਲੈਂਦੇ। ਇੱਥੇ ਸੀ 0, ਇੱਥੇ ਸੀ 90, 180, ਇੱਥੇ ਸੀ 270, 360। ਇੱਥੇ ਤੁਹਾਨੂੰ ਪਤਾ ਕਿ 90 ਮਾਈਨਸ ਥੀਟਾ, ਇੱਥੇ 90 ਪਲਸ ਥੀਟਾ, 180 माइनस थीटा, 180 प्लस थीटा, 270 माइनस थीटा, 270 प्लस थीटा, 360 माइनस थीटा, 360 प्लस थीटा। ਇੱਥੇ ਸੀ all school to college। ओके, ਤਾਂ 90 प्लस देखो बच्चे आ एंगल साडा थीटा है, 90 प्लस थीटा सानू कित्थे मिल रहा है? देखो पूरे सिस्टम चेक करो, ਸਾਡੇ ਕੋਲੇ ਆ ਇੱਕ जगह ਤੇ ਤੁਹਾਨੂੰ 90 प्लस थीटा दिखाई दे रहा है, और किसी भी जगह ਤੇ नहीं ਹੈਗਾ। ਇਹਦਾ ਮਤਲਬ ਜਿਹੜਾ ਇਹ ਵਾਲਾ ਪੂਰਾ ਫੰਕਸ਼ਨ ਹੈ ਉਹ ਕਿਹੜੇ ਕੁਆਡਰੈਂਟ ਦੇ ਵਿੱਚ ਲਾਈ ਕਰਦਾ ਹੈ? ਉਹ ਸੈਕੰਡ ਕੁਆਡਰੈਂਟ ਦੇ ਵਿੱਚ ਲਾਈ ਕਰਦਾ ਹੈ। ਤੇ ਸੈਕੰਡ ਕੁਆਡਰੈਂਟ ਦੇ ਵਿੱਚ ਸਾਈਨ ਕੀ ਹੁੰਦਾ ਹੈ? ਪੋਜ਼ਿਟਿਵ। ਇਹਦਾ ਮਤਲਬ ਇਹ ਹੋਇਆ ਕਿ ਸਾਡਾ ਆਨਸਰ ਪੋਜ਼ਿਟਿਵ ਆਏਗਾ, ਸਾਡਾ ਆਨਸਰ ਪੋਜ਼ਿਟਿਵ ਆਏਗਾ। ਦੇਖੋ ਦੋਨੇ ਸਟੈਪ ਹੋ ਗਏ। ਪਹਿਲਾ ਅਸੀਂ ਚੈੱਕ ਕਰ ਲਿਆ ਵੀ ਸੈਕੰਡ ਕੁਆਡਰੈਂਟ ਦੇ ਵਿੱਚ ਹੈ, ਸੈਕੰਡ ਅਸੀਂ ਦੇਖ ਲਿਆ ਵੀ ਪੋਜ਼ਿਟਿਵ ਹੈ ਤੇ ਨੈਗੇਟਿਵ ਹੈ ਤਾਂ ਆਨਸਰ ਆ ਗਿਆ ਪੋਜ਼ਿਟਿਵ। ਹੁਣ ਤੀਜਾ ਜਿਹੜਾ ਸਟੈਪ ਸੀਗਾ ਉਹ ਹੈਗਾ ਸੀਗਾ ਫੰਕਸ਼ਨ ਦਾ ਚੇਂਜ ਹੋਣਾ। ਦੇਖੋ 90 डिग्री ਦਾ ਐਂਗਲ ਹੈ ਨਾ, ਤਾਂ ਫੰਕਸ਼ਨ ਚੇਂਜ ਹੋਊਗਾ। ਸਾਈਨ ਦੀ ਜਗ੍ਹਾ ਤੇ ਕੀ ਲਿਖ ਦਾਂਗੇ? cos। ਠੀਕ ਹੈ, मतलब sin 90 ਦੀ ਜਗ੍ਹਾ ਤੇ ਕੀ ਹੈਗਾ? cos। ਬ੍ਰੈਕਟ ਦੇ ਵਿੱਚ ਕੀ ਰਹਿ ਜਾਊਗਾ? ਸਿਰਫ ਔਰ ਸਿਰਫ ਐਂਗਲ ਜਿਹੜਾ ਸੀ ਫਾਈਂਡ ਕਰਨਾ, ਇਹ ਰਹਿ ਜਾਊਗਾ। ਇਹਦਾ ਮਤਲਬ ਅੱਛਾ ਇਹ ਹੋ ਗਿਆ ਕਿ ਜਿਹੜਾ sin 120 ਹੈ ਨਾ ਉਹਦੀ ਜਿਹੜੀ ਵੈਲਿਊ ਹੈ ਉਹ ਐਕਚੁਅਲ cos 30 ਵਾਲੀ ਵੈਲਿਊ ਹੁੰਦੀ ਹੈ। ਜਿੰਨੀ cos 30 ਦੀ ਵੈਲਿਊ ਹੋਗੀ ਉਨੀ ਹੀ sin 120 ਦੀ ਹੋਗੀ। ਤੇ cos 30 ਤੁਹਾਨੂੰ ਪਤਾ ਕਿੰਨਾ ਹੁੰਦਾ ਹੈ? √3/2। ਦਿਸ ਇਜ਼ ਦਾ ਆਨਸਰ, ਦਿਸ ਇਜ਼ ਦਾ ਆਨਸਰ। ਤੁਸੀਂ ਦੇਖੋ ਵੀ ਕਿੰਨਾ ਸੌਖਾ ਹੈ ਜਾਂ ਕਿੰਨਾ ਔਖਾ ਹੈ। ਆ ਦੇਖੋ ਸੈਕੰਡ ਕੁਐਸਚਨ ਦੇਖੋ ਇਧਰ। सब तो पहला स्टेप क्वाड्रेंट सिस्टम चेक करना। देखो sin 180 माइनस थीटा केड़े क्वाड्रेंट च है? सेकंड। ਇਹਦਾ मतलब आंसर ਕੀ ਆਊਗਾ? पॉजिटिव। ਇਹਦਾ मतलब ਹੁਣ ਜਿਹੜਾ 180 ਆ ਗਿਆ ਨਾ ਤਾਂ ਫੰਕਸ਼ਨ ਚੇਂਜ ਨਹੀਂ ਹੋਊਗਾ, ਤਾਂ sin ਕੀ ਰਹੂਗਾ? sin ਹੀ ਰਹੂਗਾ। ਕਿੰਨਾ ਬਚ ਗਿਆ? 60। ਤਾਂ sin 60 ਬਚੇ ਕਿੰਨਾ ਹੁੰਦਾ ਹੈ? sin 60 ਹੁੰਦਾ √3/2। ਦੇਖੋ ਚੈੱਕ ਕਰੋ, ਚਾਹੇ ਤੁਸੀਂ ਇਸ ਤਰੀਕੇ ਨਾਲ ਸੋਲਵ ਕਰੋ ਚਾਹੇ ਇਸ ਤਰੀਕੇ ਨਾਲ ਸੋਲਵ ਕਰੋ, ਤੁਹਾਡੇ ਕੋਲ ਆਨਸਰ ਸੇਮ। बोलो जी, क्लियर होया? Yes, sir. ठीक है जी, चलो एक एग्जांपल आप और चलते हैं। एक ही करा देना कि इतने कोऑर्डिनेट सिस्टम बनाया हुआ है, बहुत आसान दिखा बट यूजफुल बहुत है। +2 क्लास ਦੇ ਵਿੱਚ ਵੀ ਇਹਦਾ ਬਹੁਤ ਯੂਜ਼ ਆਊਗਾ। +1 ਕਲਾਸਿਸ ਦੇ ਵਿੱਚ ਵੀ ਅੱਗੇ ਜਾ ਕੇ ਜਦੋਂ ਅਸੀਂ ਕੀ ਹੈ ਵੈਕਟਰਸ ਵਗੈਰਾ ਪੜਾਂਗੇ ਨਾ, ਉਸ ਤੋਂ ਬਾਅਦ ਜਦੋਂ ਉਹਨੂੰ ਅਪਲਾਈ ਕਰਾਂਗੇ ਕਾਫੀ ਇਹਦੇ ਯੂਜ਼ਸ ਹੋਣਗੇ। मतलब ਜਿਹੜੀ ਸਾਡੇ ਕੋਲੇ ਬੱਚੇ ਕੀ ਹੈ ਇਹਦੀ ਵੈਲਿਊ ਤਾਂ ਆਪਣੇ ਕੋਲ ਆ ਗਈ √3/2। ਹੁਣ ਅਸੀਂ sin 210 ਦੀ ਅਗਰ ਵੈਲਿਊ ਫਾਈਂਡ ਕਰੀਏ, sin 210 ਦੀ, ਤਾਂ ਮੈਨੂੰ ਦੱਸੋ ਵੀ ਇਹਨੂੰ ਮੈਂ ਦੋ ਤਰੀਕਿਆਂ ਨਾਲ ਕਿਵੇਂ ਲਿਖ ਸਕਦਾ? बोलो बच्चे। 210 लिखना आपा in terms of quadrant system। Sin 180 plus 30। वेरी गुड, बहुत अच्छे। sin 180 plus 30, बहुत अच्छे, वेरी गुड। अच्छा और दूसरा तरीका की है? 270 minus 60।
वेरी गुड, बहुत अच्छे। 270 माइनस 60 बस सॉल्व करते हैं ਆਪਾਂ। ਤਾਂ बच्चे फर्स्ट स्टेप साडा की है क्वाड्रेंट सिस्टम चेक करना। 180 प्लस वाला मतलब आप ਕਿਹੜਾ ਕੁਆਡਰੈਂਟ है ये थर्ड क्वाड्रेंट है। ਤੇ थर्ड क्वाड्रेंट ਦੇ ਵਿੱਚ ਕੌਣ ਪੋਜ਼ਿਟਿਵ ਹੁੰਦਾ है tan। ਇੱਥੇ ਫੰਕਸ਼ਨ ਕੌਣ है sin। मतलब ਸੈਕੰਡ ਸਟੈਪ ਲਾ ਦੋ ਵੀ ਆਨਸਰ ਸਾਡਾ 네ਗੇਟਿਵ ਚ ਆਊਗਾ। ਆਨਸਰ ਸਾਡਾ 네ਗੇਟਿਵ ਚ ਆਊਗਾ। अच्छा फिर फंक्शन चेंज होएगा या नहीं होएगा 180 है ਇਹਦਾ मतलब फंक्शन चेंज नहीं होएगा। sin ਦੇ ਸਾਨੂੰ ਕੀ ਲਿਖਣਾ ਪਊਗਾ sin बचा की 30 ਤੇ sin 30 ਸਾਨੂੰ ਪਤਾ ਕਿੰਨਾ ਹੁੰਦਾ ਹੈ 1/2 ਅੱਗੇ sin ਕੀ ਹੈ ਮਾਈਨਸ ਦਾ। ਇਹਦਾ मतलब sin 210 ਦੀ ਵੈਲਿਊ ਕਿੰਨੀ ਹੁੰਦੀ ਹੈ ਜਿੰਨੀ sin 30 ਦੀ ਵੈਲਿਊ ਹੁੰਦੀ ਹੈ। ठीक है बट ਕਾਦੇ ਵਿੱਚ ਮਾਈਨਸ ਦੇ ਵਿੱਚ। सिमिलरली ਅਸੀਂ ਇਧਰੋਂ ਸੋਲਵ ਕਰਨਾ ਹੈ 270 ਮਾਈਨਸ ਵੀ ਦੇਖੋ ਕੀ ਹੈ थर्ड क्वाड्रेंट ਚ ਲਾਈ करता है ਤਾਂ ਆਨਸਰ ਕੀ ਆਊਗਾ ਸਾਡਾ 네ਗੇਟਿਵ। आंसर साडा की है 네ਗੇਟਿਵ। अच्छा 270 मैं ਤੁਹਾਨੂੰ ਦੱਸਿਆ ਸੀ अगर 90 ਤੇ 270 ਹੋਵੇ ਤਾਂ ਫੰਕਸ਼ਨ ਚੇਂਜ ਹੋ ਜਾਂਦਾ मतलब sin ਦਾ ਕੀ ਬਣ ਜਾਊਗਾ cos 60 ਤੇ cos 60 ਬਚੇ ਕਿੰਨਾ ਹੁੰਦਾ ਹੈ cos 60 ਆਪਣੇ ਕੋਲ ਕਿੰਨਾ ਹੁੰਦਾ ਹੈ 1/2 ਅੱਗੇ ਵੈਲਿਊ ਕੀ ਹੈ ਮਾਈਨਸ। ਲਓ ਤਾਂ ਦੇਖੋ ਦੋਨੋਂ ਦੀਆਂ ਵੈਲਿਊਜ਼ ਸੇਮ ਆ ਰਹੀ ਨੇ मतलब दोनों ही तरीके बिल्कुल ਸਾਡੇ ठीक ਨੇ। क्लियर यस सर। चलो एक क्वेश्चन ਹੁਣ ਤੁਸੀਂ ਮੈਨੂੰ ਕਰਕੇ ਦਿਖਾਓ। साइन साइन दे तो अपना हो गया ना cos 120 डिग्री दी वैल्यू दोनों तरीके ਨਾਲ सॉल्व करो ਤੇ ਮੈਨੂੰ ਦੱਸੋ। ਜ਼ਰੂਰੀ ਨਹੀਂ ਵੀ ਦੋਨਾਂ ਤਰੀਕੇ ਨਾਲ ਕਰਨੀ ਮੈਂ ਤੁਹਾਨੂੰ ਸਿਖਾ ਦੋਨੋਂ ਤਰੀਕੇ ਨਾਲ ਰਿਹਾ। ਇਸ ਦਾ ਸਿਰਫ ਇੱਕ ਤਰੀਕਾ ਯੂਜ਼ ਕਰਨਾ ਹੁੰਦਾ ਹੈ। ਦੱਸੋ ਜੀ ਮੈਨੂੰ ਕਿੰਨੀ ਵੈਲਿਊ ਹੋਗੀ cos 120। ਇਸ ਲੈਕਚਰ ਦੇ ਨਾ ਆਪਣੇ ਕੋਲ 5 ਮਿੰਟ ਰਹਿ ਗਏ। ਦੁਬਾਰਾ ਮੈਂ ਤੁਹਾਨੂੰ ਲਿੰਕ ਸੈਂਡ ਕਰੂੰਗਾ ਠੀਕ ਹੈ ਜੁਆਇਨ ਕਰ ਲਿਓ ਕਲਾਸ ਜਦੋਂ ਖਤਮ ਹੋਗੀ ਕਲਾਸ। मैंने प्लस 2 का टाइम बस देखना भी स्टार्टेड हुआ। बोलो बच्चे आंसर। किसी ने घबराना सर नहीं है भी साडा। -1/2 हाँ जी बोलो वेरी गुड -1/2 बहुत अच्छे -1/2 वेरी गुड बिल्कुल सही है जी। तेन cos ਨੂੰ ਅਸੀਂ ਕੀ ਲਿਖਾਂਗੇ 90 + 30 ਅਸੀਂ ਇਹਨੂੰ ਲਿਖ ਸਕਦੇ ਹਾਂ। ਤਾਂ 90 + 30 ਕਿਹੜਾ ਸਿਸਟਮ ਹੁੰਦਾ ਹੈ ਸੈਕੰਡ ਹੁੰਦਾ ਹੈ ਤੇ ਸੈਕੰਡ ਦੇ ਵਿੱਚ ਸਾਈਨ ਤੇ ਸਿਰਫ ਕੋਸਿਕੈਂਟ ਕੀ ਹੈ ਪੋਜ਼ਿਟਿਵ ਹੁੰਦੇ ਨੇ। ਇੱਥੇ ਫੰਕਸ਼ਨ ਹੈ cos 11 ਆਨਸਰ ਆਊਗਾ ਮਾਈਨਸ ਤੇ 90 ਹੈ ਫੰਕਸ਼ਨ ਚੇਂਜ ਹੋ ਜਾਊਗਾ मतलब ਕੀ ਬਣੂਗਾ sin 30 ਤੇ sin 30 ਆਪਾਂ ਨੂੰ ਪਤਾ 1/2 ਅੱਗੇ sin ਕੀ ਹੈ 네ਗੇਟਿਵ। ਸਿਮਿਲਰਲੀ ਅਸੀਂ ਇਹਨੂੰ ਐ ਲਿਖ ਸਕਦੇ ਹਾਂ cos ਹੋਰ ਅਸੀਂ ਇਹਨੂੰ ਲਿਖਣਾ ਹੋਵੇ 180 - 60 ਵੀ ਅਸੀਂ ਲਿਖ ਸਕਦੇ ਹਾਂ। ਤਾਂ ਇਹਦੇ ਵਿੱਚ ਕੀ ਹੈ ਇਹ ਵੀ ਸੈਕੰਡ ਕੁਆਡਰੈਂਟ ਹੈ मतलब ਆਨਸਰ ਆਊਗਾ 네ਗੇਟਿਵ। 180 ਤੇ ਦੇਖੋ ਫੰਕਸ਼ਨ ਚੇਂਜ ਨਹੀਂ ਹੁੰਦਾ ਤਾਂ cos ਦਾ cos ਰਹਿ ਜਾਏਗਾ cos 60 ਤੇ cos 60 ਆਪਾਂ ਪਹਿਲਾਂ ਹੀ ਪੜ੍ਹ ਕੇ ਆਏ ਕਿੰਨਾ ਹੁੰਦਾ ਹੈ 1/2। ਲਓ ਤਾਂ ਇਸ ਤਰੀਕੇ ਦੇ ਨਾਲ ਬੱਚੇ ਕੁਆਡਰੈਂਟ ਸਿਸਟਮ ਅਸੀਂ ਅਪਲਾਈ ਕਰ ਸਕਦੇ ਹਾਂ। ਓਕੇ ਇਸ ਤੋਂ ਬਾਅਦ ਅਗਰ ਮੈਂ ਤੁਹਾਨੂੰ ਕਹਾਂ
देखो क्वाड्रेंट सिस्टम नाल सिर्फ ਅਸੀਂ ਉਹ ਵੈਲਿਊਜ਼ ਕੈਲਕੂਲੇਟ ਕਰ ਸਕਦੇ ਹਾਂ ਜਿਹੜੀ ਅਸੀਂ 90 ਪਲੱਸ ਜਾਂ 180 ਪਲੱਸ ਜਾਂ 180 ਮਾਈਨਸ मतलब इन टर्म्स ऑफ क्वाड्रेंट सिस्टम ਜਿਨ੍ਹਾਂ ਨੂੰ ਅਸੀਂ ਡਿਵੀਜ਼ਨ ਕਰਕੇ ਲਿਖ ਸਕਦੇ ਹਾਂ ਸਿਰਫ ਉਹਨਾਂ ਦੀ ਵੈਲਿਊਜ਼ ਫਾਈਂਡ ਕਰ ਸਕਦੇ ਹਾਂ ਬਾਕੀਆਂ ਦੀ ਹਰ ਇੱਕ ਮਤਲਬ ਦੀ ਵੈਲਿਊ ਅਸੀਂ ਫਾਈਂਡ ਨਹੀਂ ਕਰ ਸਕਦੇ ਹੈਗੇ ਅਗਰ ਮੈਂ ਤੁਹਾਨੂੰ ਕਹਾ ਕਿ ਫਾਈਂਡ the value of sin 360 डिग्री तो फिर की करोगे सर 0 0 वेरी गुड बहुत अच्छे वेरी गुड sin 360 ਦੀ ਵੈਲਿਊ ਬੱਚੇ 0 ਹੁੰਦੀ ਹੈ ठीक है अगर ਤੁਹਾਡੇ याद है तो बहुत गुड है अगर नहीं भी पता तो ਇਹਨੂੰ ਥੋੜਾ ਜਿਹਾ ਤੁਸੀਂ ਐਵੇਂ ਸਮਝ ਵੀ ਸਕਦੇ ਹੋ ਦੇਖੋ sin 360 ठीक है प्लस थीटा कर लो थीटा मतलब ਇਹਦੇ ਵਿੱਚ 0 डिग्री ਦਾ ਐਂਗਲ ਤੁਸੀਂ ਕੀ ਐਡ ਕਰ ਦੋ ਚਾਹੇ 0 ਦਾ ਮਾਈਨਸ ਕਰ ਦੋ ਜਾਂ ਪਹਿਲੇ ਕੁਆਡਰੈਂਟ ਜਾਓਗੇ ਜਾਂ ਸੈਕੰਡ फोर्थ ਕੁਆਡਰੈਂਟ ਜਾਓਗੇ अच्छा ਤਾਂ ਜਿਹਦੇ ਵਿੱਚ ਮੈਂ ਥੋੜਾ ਜਿਹਾ ਐਂਗਲ ਪਲੱਸ ਕੀਤਾ ਦੇਖੋ ਇਹਦਾ ਮਤਲਬ ਆਨਸਰ ਆਊਗਾ ਪਲੱਸ ਦੇ ਵਿੱਚ ਤੇ 360 ਤੇ ਐਂਗਲ ਜਿਹੜਾ ਫੰਕਸ਼ਨ ਹੈ ਚੇਂਜ ਨਹੀਂ ਹੋਏਗਾ मतलब एक ना दूंगा sin 0 ਤੇ sin 0 ਕਿੰਨਾ ਹੁੰਦਾ ਹੈ sin 0 0 ਹੁੰਦਾ ਹੈ sin अगर 180 देखोगे ਤਾਂ ਵੀ ਕਿੰਨਾ ਹੋਊਗਾ 0 sin 360 देखोगे ਤਾਂ ਵੀ ਕਿੰਨਾ ਹੋਊਗਾ 0 अगर मैं ਤੁਹਾਨੂੰ ਕਹਾ find the value of sin 720 ਤਾਂ ਕਿੰਨੀ ਵੈਲਿਊ ਆਉਗੀ फटाफट दस देना अपना लेक्चर खत्म होने वाला देखो बच्चे 0 तो स्टार्ट कर देना साइन की वैल्यू इतने 0 होती है अगर तुम एक पूरा सर्कल कंप्लीट करोगे कि 360 का आंसर कितना आया 0 अच्छा 720 वास्ते फिर तुम एक सर्कल पूरा करोगे फिर ही बनूगा 720 तो आंसर कितना होगा ਇਹਦਾ मतलब 360 डिग्री ਦੇ जिन्ने भी मल्टीपल्स होंगे अगर ਉਹਦੇ ਤੁਸੀਂ साइन की वैल्यू फाइंड करनी पैगी तो आंसर कितना होगा आंसर 0 ही होगा साइन 360 भी लैन की वैल्यू 1 हो सकती है 2 हो सकती है 3 अप टू सो ऑन जिन्नी मर्जी वैल्यूज ने सारे का आंसर कितना होगा 0 होगा ये अपना जी क्वाड्रेंट